Hello students, today we will discuss about mechanical design of overhead lines ਕਿ ਹੁਣ ਤੱਕ ਆਪਾਂ ਜੋ ਪੜ੍ਹਿਆ ਹੈਗਾ ਕਿ ਕਿੱਦਾਂ ਆਪਾਂ ਪਾਵਰ ਜਨਰੇਟ ਕਰਨ ਤੋਂ ਬਾਅਦ ਕਿਸ ਤਰ੍ਹਾਂ ਨੂੰ ਸਟੈਪ ਅਪ ਕੀਤਾ, ਫਿਰ ਉਹਦੀ ਲੇਆਊਟ ਦੇਖੀ ਵੀ ਕਿਸ ਤਰ੍ਹਾਂ ਆਪਾਂ ਸਟੈਪ ਅਪ ਕਰਕੇ ਆਪਾਂ ਅਪ ਟੂ ਕੰਜ਼ਿਊਮਰ ਤੱਕ ਆਪਾਂ ਕਿੰਨਾ ਉਸ ਪਾਵਰ ਨੂੰ ਲੈ ਕੇ ਜਾਂਦੇ ਹਾਂ। ਉਹਦੇ ਲਈ ਆਪਾਂ ਦੇਖੋ ਪੜ੍ਹਿਆ ਸੀਗਾ ਕਿ ਜਿਹਦਾ ਪਹਿਲਾਂ ਜਨਰੇਟਿੰਗ ਸਟੇਸ਼ਨ ਹੁੰਦਾ ਹੈ, ਫਿਰ ਸਟੈਪ ਅਪ ਸਬ ਸਟੇਸ਼ਨ ਹੁੰਦਾ ਹੈਗਾ, ਫਿਰ ਸਟੈਪ ਅਪ ਜਿਹੜਾ ਸਟੇਸ਼ਨ ਹੁੰਦਾ ਹੈਗਾ ਆ ਸਬ ਸਟੇਸ਼ਨ ਹੁੰਦਾ ਹੈਗਾ, ਉਹਦੇ 'ਚ ਆਪਾਂ ਵੋਲਟੇਜ ਨੂੰ ਸਟੈਪ ਅਪ ਕਰਦੇ ਹਾਂ ਅਕੋਰਡਿੰਗ ਟੂ ਡਿਸਟੈਂਸ, ਕਿੰਨੇ ਡਿਸਟੈਂਸ 'ਤੇ ਆਪਾਂ ਪਾਵਰ ਲੈ ਕੇ ਜਾਣੀ ਆ, ਉਨੇ ਡਿਸਟੈਂਸ ਦੇ ਹਿਸਾਬ ਨਾਲ ਆਪਾਂ ਉਹਦੀ ਪਾਵਰ ਨੂੰ ਵੋਲਟੇਜ ਨੂੰ ਇਨਕਰੀਜ਼ ਕਰਦੇ ਹਾਂ, ਮੀਨਸ ਸਟੈਪ ਅਪ ਕਰਦੇ ਹਾਂ। ਦੈਟ ਇਜ਼ ਦਾ 750 ਕਿਲੋਵੋਲਟਸ, 400 ਕਿਲੋਵੋਲਟਸ, 220 ਕਿਲੋਵੋਲਟਸ, 130 ਕਿਲੋਵੋਲਟ। ਉਹ ਆਪ ਡਿਪੈਂਡ ਕਰਦਾ ਕਿ ਤੁਹਾਡਾ ਡਿਸਟੈਂਸ ਕਿੰਨਾ ਆ। ਇਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਟਰਾਂਸਮਿਸ਼ਨ। ਉਸ ਤੋਂ ਬਾਅਦ ਆਪਾਂ ਨੀਅਰ ਟੂ ਟਾਊਨ ਜਾਂ ਨੀਅਰ ਟੂ ਕੰਜ਼ਿਊਮਰ, ਫਿਰ ਆਪਾਂ ਉਹਨੂੰ ਸਟੈਪ ਡਾਊਨ ਕਰਦੇ ਹੈਗੇ ਆ। ਉਹ ਹੁੰਦੀ ਆ 66 kV, ਜਿਹਨੂੰ ਆਪਾਂ 66 kV ਜਾਂ 33 kV। 33 kV ਅਤੇ 66 kV ਇਹ ਵੀ ਡਿਪੈਂਡ ਕਰਦਾ ਹੈਗਾ ਕਿ ਕਿੰਨੇ ਡਿਸਟੈਂਸ 'ਤੇ ਆਪਾਂ ਫਰਦਰ ਜਿਹੜੀ ਆ ਉਹ ਪਾਵਰ ਜਿਹੜੀ ਆ ਲੈ ਕੇ ਜਾਣੀ ਆ, ਇਲੈਕਟ੍ਰਿਸਿਟੀ ਲੈ ਕੇ ਜਾਣੀ ਆ, ਅਤੇ ਉਸ ਡਿਸਟੈਂਸ ਦੇ ਮੁਤਾਬਕ ਆਪਾਂ ਉਹਨੂੰ ਸਟੈਪ ਡਾਊਨ ਕਰ ਲੈਂਦੇ ਆ। ਤਾਂ ਉਸ ਪਰਟੀਕੂਲਰ ਲਾਈਨ ਨੂੰ ਆਪਾਂ ਕਹਿੰਦੇ ਹੈਗੇ ਆ ਸੈਕੰਡਰੀ ਟਰਾਂਸਮਿਸ਼ਨ ਲਾਈਨ। ਠੀਕ ਹੈ, ਇੱਥੇ ਤੱਕ ਪੜ੍ਹਿਆ ਸੀਗਾ। ਉਸ ਤੋਂ ਬਾਅਦ ਸੈਕੰਡਰੀ ਟਰਾਂਸਮਿਸ਼ਨ ਤੋਂ ਬਾਅਦ ਆਪਾਂ ਉਹਨੂੰ ਹੋਰ ਸਟੈਪ ਡਾਊਨ ਕਰਦੇ ਹਾਂ, ਕਿਉਂਕਿ ਆਪਾਂ ਨੀਅਰ ਟੂ ਕੰਜ਼ਿਊਮਰ ਜਾ ਰਹੇ ਹਾਂ। ਹੁਣ ਉੱਥੇ ਪਬਲਿਕ ਹੈ, ਕਲਾਊਡ ਹੈ, ਇਸ ਕਰਕੇ ਆਪਾਂ ਨੂੰ ਜਿਹੜੀ ਵੋਲਟੇਜ ਇੰਨੀ ਹਾਈ ਵੋਲਟੇਜ ਆਪਾਂ ਉਸ ਏਰੀਆ 'ਚ ਨਹੀਂ ਲੈ ਕੇ ਜਾ ਸਕਦੇ, ਇਸ ਕਰਕੇ ਆਪਾਂ ਉਹਨੂੰ ਸਟੈਪ ਡਾਊਨ ਕਰਦੇ ਹਾਂ। ਸਟੈਪ ਡਾਊਨ ਕਰਦੇ ਹਾਂ, ਉਹ ਕਿੰਨੀ ਕਰਦੇ ਹਾਂ ਆਪਾਂ 11 kV। ਉਹ ਜਿਹੜੀ 11 kV ਹੈ ਉਹ ਆਪਾਂ ਫਿਰ ਸਾਰੇ ਏਰੀਆ 'ਚ ਘੁਮਾਉਂਦੇ ਹਾਂ ਜਿੱਥੇ ਕੰਜ਼ਿਊਮਰ ਨੂੰ ਸਪਲਾਈ ਚਾਹੀਦੀ ਹੈ ਅਕੋਰਡਿੰਗ ਟੂ ਰਿਕੁਆਇਰਮੈਂਟ। ਇੰਡਸਟਰੀ ਹੈ, ਬਲਕ ਕੰਜ਼ਿਊਮਰ ਜਾਂ ਕਿਹੋ ਜਿਹਾ ਕੰਜ਼ਿਊਮਰ ਹੈ ਉਹਦੇ ਮੁਤਾਬਕ, ਜਾਂ ਕਿਸੇ ਨੂੰ 3 ਫੇਜ਼ ਸਪਲਾਈ ਚਾਹੀਦੀ ਹੈ, ਆਪਾਂ 11 kV ਜਿਹੜੀ ਆ ਉਹ ਘੁਮਾਉਂਦੇ ਹੈਗੇ ਸਾਰੇ, ਅਤੇ ਉਸ ਲਾਈਨ ਨੂੰ ਆਪਾਂ ਕਹਿੰਦੇ ਹਾਂ ਪ੍ਰਾਇਮਰੀ ਡਿਸਟਰੀਬਿਊਸ਼ਨ। ਉਸ ਤੋਂ ਬਾਅਦ ਪੜ੍ਹਿਆ ਸੀ ਆਪਾਂ ਕਿ ਪ੍ਰਾਇਮਰੀ ਡਿਸਟਰੀਬਿਊਸ਼ਨ ਬਾਅਦ ਆਪਾਂ ਅਪ ਟੂ ਕੰਜ਼ਿਊਮਰ, ਹੁਣ ਕੰਜ਼ਿਊਮਰ ਤੱਕ ਸਪਲਾਈ ਲੈ ਕੇ ਜਾਣੀ ਆ, ਉਹ 3 ਫੇਜ਼ ਲੈ ਕੇ ਜਾਣੀ ਆ ਕਿ ਸਿੰਗਲ ਫੇਜ਼ ਲੈ ਕੇ ਜਾਣੀ ਆ, ਉਹ ਡਿਪੈਂਡ ਕਰਦਾ ਹੈਗਾ। ਲੇਕਿਨ ਆਪਾਂ ਸਾਰੇ ਪਾਸੇ 3 ਫੇਜ਼ ਘੁਮਾਉਂਦੇ ਹਾਂ ਅਤੇ ਉਹਦੀ ਪ੍ਰੋਪਰ ਡਿਸਟਰੀਬਿਊਸ਼ਨ ਕਰਕੇ ਫਿਰ ਆਪਾਂ ਕੰਜ਼ਿਊਮਰ ਨੂੰ ਸਪਲਾਈ ਦਿੰਦੇ ਹਾਂ ਸਿੰਗਲ ਫੇਜ਼ ਜਾਂ 3 ਫੇਜ਼, ਅਤੇ ਉਸ ਲਾਈਨ ਨੂੰ ਕਹਿੰਦੇ ਆ ਸੈਕੰਡਰੀ ਡਿਸਟਰੀਬਿਊਸ਼ਨ। ਫਿਰ ਆਪਾਂ ਪੜ੍ਹਿਆ ਸੀਗਾ ਕਿ ਹਾਈ ਵੋਲਟੇਜ ਦੇ ਕੀ ਫਾਇਦੇ ਹਨ, AC ਆਪਾਂ ਟਰਾਂਸਮਿਸ਼ਨ ਕਰਦੇ ਹਾਂ ਉਹਦੇ ਕੀ ਫਾਇਦੇ ਆ, ਅਤੇ DC ਟਰਾਂਸਮਿਸ਼ਨ ਕਰਦੇ ਹਾਂ ਤਾਂ ਉਹਦੇ ਕੀ ਫਾਇਦੇ ਆ। ਹਾਈ ਵੋਲਟੇਜ ਆਪਾਂ ਦੇਖੋ ਪੜ੍ਹਿਆ ਸੀ ਕਿ ਅਗਰ ਆਪਾਂ ਸੇਮ ਪਾਵਰ ਨੂੰ ਵੋਲਟੇਜ ਹਾਈ ਕਰਕੇ ਟਰਾਂਸਮਿਟ ਕਰਦੇ ਹਾਂ ਤਾਂ ਸਾਡੇ ਜਿਹੜੇ ਆ ਉਹ ਜਿਹੜਾ ਕਾਪਰ ਹੈ ਜਾਂ ਕੰਡਕਟਰ ਹੈ ਉਹਦੀ ਸੇਵਿੰਗ ਹੁੰਦੀ ਹੈਗੀ ਆ। ਫਿਰ ਲਾਈਨ ਦੇ ਵਿੱਚ ਕਿਉਂਕਿ ਲੋਸਿਸ ਘੱਟ ਜਾਂਦੇ, ਇਸ ਕਰਕੇ ਐਫੀਸ਼ੀਐਂਸੀ ਇਨਕਰੀਜ਼ ਹੋ ਜਾਂਦੀ ਆ, ਕਿਉਂਕਿ ਲਾਈਨ 'ਚ ਲੋਸਿਸ ਘੱਟਦੇ, ਇਸ ਕਰਕੇ ਉਹਦੀ ਰੈਗੂਲੇਸ਼ਨ ਜਿਹੜੀ ਆ ਉਹ ਲਾਈਨ ਦੀ ਇੰਪਰੂਵ ਹੋ ਜਾਂਦੀ ਆ। ਹੁਣ ਉੱਥੇ ਤੱਕ ਆਪਾਂ ਪੜ੍ਹਿਆ ਸੀਗਾ, ਅਤੇ ਅੱਜ ਆਪਣਾ ਨਵਾਂ ਟੌਪਿਕ ਸ਼ੁਰੂ ਹੋ ਰਿਹਾ, ਨਵਾਂ ਚੈਪਟਰ ਸ਼ੁਰੂ ਹੋ ਰਿਹਾ। ਦੈਟ ਨੇਮ ਆਫ ਦਾ ਚੈਪਟਰ ਇਜ਼ ਮਕੈਨੀਕਲ ਡਿਜ਼ਾਈਨ ਆਫ ਓਵਰਹੈਡ ਲਾਈਨਸ। ਵੀ ਆਪਾਂ ਜਿਹੜੀਆਂ ਓਵਰਹੈਡ ਲਾਈਨਸ ਜਾਂਦੀਆਂ ਹੈਗੀਆਂ ਆ ਉਹਨਾਂ ਦੇ ਮਕੈਨੀਕਲ ਸਿਸਟਮ ਮੀਨਸ ਜਿੱਦਾਂ ਟਾਵਰਸ ਜਾਂ ਹੋਰ ਕੰਡਕਟਰਸ, ਇੰਸੂਲੇਟਰਸ, ਉਹਨਾਂ ਦੀ ਕਿੱਦਾਂ ਦੀ ਡਿਜ਼ਾਈਨਿੰਗ ਕਰਨੀ ਆ, ਕਿੱਦਾਂ ਉਹਨਾਂ ਨੂੰ ਫਿਕਸ ਕਰਨਾ ਆ, ਕਿਸ ਤਰ੍ਹਾਂ ਦਾ ਉਹਦਾ ਸਟਰਕਚਰ ਹੈ, ਇਹ ਸਾਰਾ ਆਪਾਂ ਇਹਦੇ ਵਿੱਚ ਅੱਜ ਪੜ੍ਹਨਾ ਹੈਗਾ। ਹੁਣ ਦੇਖੋ ਕੀ ਹੈ, ਕਹਿੰਦਾ ਮੇਨ ਕੰਪੋਨੈਂਟਸ ਆਫ ਓਵਰਹੈਡ ਲਾਈਨ, ਮਤਲਬ ਜਿਹੜੀ ਹੁਣ ਆਪਾਂ ਓਵਰਹੈਡ ਲਾਈਨ ਲੈ ਕੇ ਜਾਂਦੇ ਹਾਂ ਜਾਂ ਕੰਡਕਟਰ ਜਿਹੜੇ ਤੁਸੀਂ ਦੇਖਦੇ ਆ ਤੁਹਾਨੂੰ ਆਈਜ਼ ਦੇ ਨਾਲ ਸਾਹਮਣੇ ਦਿਖਦੇ ਆ, ਟਾਵਰਸ ਲੱਗੇ ਆ, ਪੋਲਸ ਲੱਗੇ ਆ, ਕੰਡਕਟਰ ਜਾ ਰਹੇ ਆ, ਹੋਰ ਕਈ ਕੁਛ ਇਨਫਰਾਸਟਰਕਚਰ ਲੱਗਾ ਹੁੰਦਾ, ਉਹ ਸਾਰੇ ਜਿਹੜੇ ਇਨਫਰਾਸਟਰਕਚਰ ਆ ਉਹਦੇ ਜਿਹੜੇ ਮੇਨ ਕੰਪੋਨੈਂਟਸ ਕਿਹੜੇ ਆ ਉਹ ਆਪਾਂ ਦੇਖਦੇ ਹਾਂ। ਕਹਿੰਦਾ ਦੇਖੋ ਐਨ ਓਵਰਹੈਡ ਲਾਈਨ ਮੇ ਬੀ ਯੂਜ਼ ਟੂ ਟਰਾਂਸਮਿਟ ਔਰ ਡਿਸਟਰੀਬਿਊਟ ਇਲੈਕਟ੍ਰੀਕਲ ਪਾਵਰ। ਵੀ ਕਹਿੰਦਾ ਕੋਈ ਵੀ ਜਿਹੜੀ ਆ ਓਵਰਹੈਡ ਲਾਈਨ ਉਹ ਜਾਂ ਤਾਂ ਟਰਾਂਸਮਿਟ ਕਰ ਸਕਦੀ ਆ ਜਾਂ ਡਿਸਟਰੀਬਿਊਟ ਕਰਦੀ। ਦੋ ਤਰ੍ਹਾਂ ਦੀ ਆਪਾਂ ਜਿੱਦਾਂ ਪੜ੍ਹੀ ਆ ਪਹਿਲਾਂ, ਇੱਕ ਟਰਾਂਸਮਿਸ਼ਨ ਲਾਈਨ ਹੁੰਦੀ, ਇੱਕ ਡਿਸਟਰੀਬਿਊਸ਼ਨ ਲਾਈਨ ਹੁੰਦੀ ਆ। The successful operation of an overhead line depends to a great extent upon the mechanical design of the line। ਮਤਲਬ ਕਹਿੰਦਾ ਕਿ ਜਿਹੜਾ ਮਕੈਨੀਕਲ ਡਿਜ਼ਾਈਨ ਆਪਾਂ ਉਹਦਾ ਤਿਆਰ ਕਰਦੇ, ਸਾਰੀ ਓਵਰਹੈਡ ਲਾਈਨ ਜਿਹੜੀ ਆ ਉਹ 'ਤੇ ਡਿਪੈਂਡ ਕਰਦੀ ਹੈ। ਅਗਰ ਉਹ ਪ੍ਰੋਪਰ ਸਟਰੋਂਗ ਹੋਏਗਾ ਮਕੈਨੀਕਲ ਡਿਜ਼ਾਈਨ ਤਾਂ ਸਾਡੀ ਲਾਈਨ ਜਿਹੜੀ ਟਿਕੀ ਰਹੇਗੀ। ਅਗਰ ਆਪਾਂ ਹਲਕਾ ਡਿਜ਼ਾਈਨ ਯੂਜ਼ ਕਰਾਂਗੇ ਜਾਂ ਹਲਕਾ ਮਟੀਰੀਅਲ ਯੂਜ਼ ਕਰਾਂਗੇ ਉਹਨੂੰ ਫਿਕਸ ਕਰਨੇ ਕੰਡਕਟਰ ਨੂੰ, ਤਾਂ ਮੇ ਵੀ ਜਿਹੜਾ ਸਾਡਾ ਉਹ ਸਾਰਾ ਇਨਫਰਾਸਟਰਕਚਰ ਆ ਹਨੇਰੀ ਦੇ ਵਿੱਚ ਜਾਂ ਕੋਈ ਮੀਂਹ ਝੱਖੜ ਜਦੋਂ ਆਵੇ ਹੋ ਸਕਦਾ ਉਹ ਸਾਰਾ ਡਿਸਟਰਬ ਹੋ ਸਕਦਾ। While constructing an overhead line, it should be ensured that mechanical strength of the line in such so as to provide against the most probable weather conditions। ਦੇ ਤਾਂ ਮੈਂ ਹੁਣੇ ਜਿੱਦਾਂ ਤੁਹਾਨੂੰ ਦੱਸਦਾ ਰਿਹਾ ਕਿ ਵੈਦਰ ਕੰਡੀਸ਼ਨਸ ਦੇ ਵਿੱਚ ਨੂੰ
मतलब कंसिडर करके आप सारा डिज़ाइन तैयार करते हैं भी जे अगर हिली एरिया है तो उत्थे बर्फ़ पैंदी आ, मैदानी एरिया तो उत्थे धुप्प गर्मी मींह झक्खड़ हनेरी इस तरह मतलब सारिया चीज़ां जिहड़ियां वैदर दी आप कंडीशनस माइंड च रख के फिर आप डिज़ाइनिंग करते हैं। कहते इन जनरल द मेन कंपोनेंट्स ओवरहेड लाइन्स किहड़े आ देखो कहना नंबर 1 कंडक्टर सब तो मेन कंपोनेंट जिहड़ा साडी ओवरहेड लाइन दा वो है कंडक्टर क्योंकि कंडक्टर के थ्रू आप इलैक्ट्रिसिटी जिहड़ी आ पास आउट करके आप जिहड़ी एक जगह तो दूजी जगह ते ट्रांसफर करनी हैगी है। कहंदा कंडक्टर्स विच कैरी इलैक्ट्रिक पावर फ्रॉम सेंडिंग एंड स्टेशन टू द रिसीविंग एंड स्टेशन मतलब जितों आप पावर में भेजना दैट इज़ कॉल्ड सेंडिंग एंड स्टेशन तो जिथे जाके आप पावर रिसीव करने उन्होंने आप रिसीविंग एंड स्टेशन कहते हैं। ये कहता जी इलैक्ट्रिकल पावर आप कैरी करते हैं जिस तरीक मतलब जिस चीज़ से लैके जाने उन्होंने आप कहते हैं कंडक्टर्स। सपोर्ट्स होंदियां गईयां विच मे बी पोल्स और टावर्स एंड कीप द कंडक्टर्स एट ए सूटेबल लैवल अबव द ग्राउंड। हुण जिहड़े आ कंडक्टर्स आप लैके जाने उहदे विच देखो बहुत हाई वोल्टेज आ रही हैगी आ 11 kV है 33 kV 66 kV 132 220 400 750 मतलब जिद्दां दी साडी रिक्वायरमेंट हैगी आ। हुण जिन्नी हाई वोल्टेज होएगी जां जिद्दां दी वोल्टेज होएगी उदां दी ही सानू ग्राउंड तो दी क्लीयरेंस चाहिदी आ। मतलब जिद्दां 11 kV आ तां ओह आपां ग्राउंड दे ਉਹਦਾ डिस्टेंस होर होएगा क्लीयरेंस होर होएगी लेकिन अगर 750 kV होएगी तो आप 11 kV वाले डिस्टेंस तो नहीं लगा सकते इन्नी हाई वोल्टेज होंगी है कि मे बी किसी भी शॉक लग सकता इस करके आप ਉਹਦਾ डिस्टेंस मेनटेन करेंगे। ये डिस्टेंस ਨੂੰ मेनटेन करने ਲਈ कंडक्टर्स ਨੂੰ हैंग करके लैके जाने ਲਈ ਸਾਨੂੰ ਸਪੋਰਟਸ ਚਾਹੀਦੀਆਂ ਹੈਗੀਆਂ। ਉਹ ਕਹਿੰਦਾ टावर भी हो सकते हैं तो पोल्स भी हो सकते हैं अकॉर्डिंग टू सिचुएशन। इंसुलेटर्स की है कि नैचुरल है जो सपोर्ट्स है वो सारिया जड़ियाँ कंडक्टिंग मटीरियल दी जिदा लोहे दे है पीस है पोल है ਜਾਂ कुछ भी है उन्होंने कंडक्टर तो आइसोलेट करने ਲਈ ਆਪਾਂ ਕੀ ਕਰਦੇ ਹਾਂ यूज़ करते हैं इंसुलेटर्स प्लस ग्राउंड तो ਉਹਨੂੰ आइसोलेट करने आप करते हैं इंसुलेटर्स ਜਿਹੜੇ ਆ यूज़ करते हैं। क्रॉस आर्म्स ਹੁੰਦੀਆਂ ਹੈਗੀਆਂ ਕਹਿੰਦਾ ਦ क्रॉस आर्म्स विच प्रोवाइड सपोर्ट्स टू द इंसुलेटर। ਹੁਣ क्रॉस आर्म्स ਦਾ ਮਤਲਬ ਹੈ ਵੀ ਆਪਾਂ ਜਿਹੜਾ ਟਾਵਰ ਲਗਾਇਆ ਉਹਦੇ ਵਿੱਚ ਉਹਦੀਆਂ 2 4 6 ਅਕੋਰਡਿੰਗ ਟੂ ਰਿਕੁਆਇਰਮੈਂਟ ਆਰਮਸ ਹੁੰਦੀਆਂ ਹੈਗੀਆਂ। मतलब तुसीं देखा होगा टावर्स के आले दुआले 2 साइडों से 2 बाਹਾਂ टाइप जिदा मतलब स्ट्रक्चर बनया होंदा उन्होंने आप क्रॉस आर्म्स कहते हैं। उत्थे आप इंसुलेटर्स लाने कंडक्टर नूं फिक्स करने लई। मिसलेनियस आइटम्स होंदियां जिदा उहदे विच फेस प्लेट है डेंजर प्लेट है लाइटनिंग अरेस्टर है एंटी क्लाइंबिंग वायर्स है मतलब हर पोल के उत्ते आप एक फेस प्लेट लाई होंदी आ फिर डेंजर प्लेट लाई होंदी आ कि इस खतरा है भाई किसी ने हाथ नहीं लाना। लाइटिंग अरेस्टर्स लगे होंगे ताकि आसमानी बिजली जी पैंती है तो साड़ा बचाव हो सके उस लाइन का। एंटी क्लैम्बिंग वायर्स होंदियां मतलब कोई जानवर वगैरह या मौंकी वगैरह या कोर आ ताड़े उस पर्टिकुलर एरिए के उपर ना चढ़ सके। ईवन इंसान भी अगर चढ़ता तो वो जी एंटी क्लैम्बिंग वायर्स है थोड़ी उन्होंने मुश्किल क्रिएट करदियां ताकि कोई साड़ा कंडक्टर वगैरह ऑफलाइन के जाके चोरी ना कर सके। इस तरह ये जड़ियाँ मेन कंपोनेंट्स जोड़े अपने लगे होंगे। हुण मकैनिकल डिजाइन जोड़ा आ ये अज अपना जो मेन टॉपिक आप पढ़ना है जो फीचर्स आप हुणे पढ़ के हटे हैं वो सब तो पहला एक मेन टॉपिक जो अज का अपना है वो है लाइन सपोर्ट्स। तो लाइनस जड़ियाँ सपोर्ट्स है जड़ियाँ आप कंडक्टर्स नूं फिक्स करने लगानियां हैगियां वो आप किहड़ियां ये कहता देखो द सपोर्टिंग स्ट्रक्चर फॉर ओवरहेड लाइन कंडक्टर्स आर वेरियस टाइप्स ऑफ पोल्स एंड टावर्स कॉल्ड सपोर्ट। इन जनरल द लाइन सपोर्ट शुड बी फॉलोइंग प्रॉपर्टी मतलब कोई भी लाइन सपोर्ट आप यूज़ करनी हैगी वो कोई प्रॉपर्टी होंगी है उस मटीरियल की जां उस स्ट्रक्चर की किदां दी प्रॉपर्टी होनी चाहिए है। वो सब तो मेन प्रॉपर्टी की कहता हाई मकैनिकल स्ट्रेंथ टू विथस्टैंड द वेट ऑफ कंडक्टर एंड विंड लोड्स। हुण मतलब अपना स्ट्रक्चर जिहड़ा इन्ना मजबूत होना चाहिए कि जिहड़ा कंडक्टर का पूरे का भार है लाइन का पूरा भार आ उन्होंने सह सके। उस तो इलावा अगर कोई हनेरी चलती है हवा चलती है तेज़ मींह झक्खड़ पैंदा तो वो कंडक्टर का वेट जिहड़ा होर वधदा हैगा तो उस वेट में भी वो विथस्टैंड कर सके। इदां दा साडा मकैनिकल स्ट्रक्चर जिहड़ा वो मकैनिकल स्ट्रेंथ जिहड़ी आ स्ट्रक्चर की स्ट्रोंग होनी चाहिए। कहता लाइन इन वेट होना चाहिए विदाउट द लॉस ऑफ मकैनिकल स्ट्रेंथ मतलब वह डिज़ाइन इस तरह का आप तैयार करें कि मकैनिकल स्ट्रेंथ भी मतलब बनी रहे तो वह वेट भी लाइट हो क्योंकि आप ट्रांसपोर्टेशन करनी है एक जगह तो दूजी जगह पर पोल्स वगैरह लैके जाने तो जो बहुत ज़्यादा हैवी होने तो सारा ट्रांसपोर्टेशन का खर्चा जोड़ा वो बहुत बढ़ जाता इस करके आप लाइट वेट कोशिश करनी है बन पर उन्होंने मकैनिकल स्ट्रेंथ ना कोई कॉम्प्रोमाइज़ नहीं मकैनिकल स्ट्रेंथ जी वो पूरी होनी चाहिए है। चीप इन कॉस्ट एंड इकोनॉमिकल टू मेनटेन मतलब नैचुरल है कि कोई भी चीज़ आप बनाने या डिज़ाइन करते हैं या आप घर भी बनाने कुछ भी आप बनाने कोई गड्डी वगैरह लैन जाने आप कहने यार इकोनॉमिकल हो तो सस्ती हो। तो इस तरह ये जोड़े पोल्स आ स्ट्रक्चर आ ये आप चाहते हैं कि सस्ता भी हो तो ये मेनटेनेंस कॉस्ट भी जी घट हो। लॉन्गर लाइफ मतलब ये नहीं है कि आप एक बार पोल डिजाइन किया या आप लाइन बनाती 5 साल बाद नहीं जी ये तो खराब हो गई सारी लाइन पट्टो मुड़ के फेल नो लॉन्ग लाइफ मतलब घट्टो घट्ट 50-60 साल ये लाइन जी है तुहाडी चले इस हिसाब नाल आपां
डिजाइनिंग करते हैं। कहता ईजी असैसिबिलिटी ऑफ कंडक्टर फॉर मेनटेनेंस। हुण मतलब पोल्स दे नाल आपां इंसुलेटर्स लगाने, इंसुलेटर नाल आपां कंडक्टर लाना, कल नूं कोई कंडक्टर कोई इंसुलेटर जिहड़ा वो फ्यूज़ हो जाता है जां ब्रेक हो जाता है, टुट जाता है किसी कारण करके भी, जां कंडक्टर तक पहुँच करनी हो तो आपां नूं वो ईजी होना चाहिए। इन्हें आपां पोल इदां दा लगा दईए मुड़ के कंडक्टर तक पहुँच ही ना होए तां जिहड़ी आपां नूं वो बड़ी प्रॉब्लम आ सकदी आ। नैक्सट कहता देखो द लाइन स्पोर्ट्स यूज्ड फॉर ट्रांसमिशन डिस्ट्रीब्यूशन ऑफ इलैक्ट्रिकल पावर आर ऑफ वेरियस टाइप्स इनकलूडिंग किहड़े टाइप्स कहता इनकलूडिंग वुडन पोल्स, स्टील पोल्स, RCC पोल्स एंड लैटिस स्टील टावर्स। लैटिस मैनू दा जाली कहता जिस तरह जाली टाइप मतलब कहता पोल्स आप टावर्स तुसीं देखते हैं सड़कों के बड़े बड़े टावर लगे हुए हैं, दैट इज़ कॉल्ड लैटिस स्टील टावर्स। ये मतलब 4 तरह के आप मेन स्पोर्ट्स जड़ियाँ यूज़ करते हैं, वुडन, स्टील पोल्स, RCC ते लैटिस स्टील टावर। कहता द चॉइस ऑफ सपोर्टिंग स्ट्रक्चर फॉर ए पर्टिकुलर केस डिपेंड्स अपॉन द, देखो मेन चीज़ की है, डिपेंड्स अपॉन द मेन लाइन स्पैन, भी ताड़ी लाइन का डिस्टेंस किन्ने तुसी लाइन स्पैन देना चाहुंदे आ, एक 500 मीटर ते लाना चाहुंदे पोल के 1000 मीटर ते लाना चाहुंदे आ, कि ये डिपेंड करता तुहाडे उस एरिया ते पोल की स्ट्रेंथ कितनी देनी है। क्रॉस सैक्शनल एरिया कंडक्टर का क्रॉस सैक्शनल एरिया कितना, लाइन वोल्टेज कितनी आ, कॉस्ट ते लोकल कंडीशन, मतलब लोकल कंडीशनस से भी सब तो ज़्यादा डिपेंड करता है कि आप कोई कंजस्टड जिहा एरिया हो तो आप कहीं जिथे टावर ही लाना आ तो वो गल नहीं बनती, ठीक है। जिद्दां दा एरिया, जिद्दां दी लोकैलिटी, जिद्दां दी टाइप्स ऑफ लाइन स्पोर्ट्स जिद्दां आप अगे डिस्कस किया है पहला करके किहड़े 4 टाइप के पोल्स आप यूज़ करते हैं, वुडन पोल, स्टील पोल्स, RCC पोल, लैटिस स्टील टावर या स्टील टावर जिन्होंने कर लेंगे, वुडन पोल, स्टील पोल, RCC पोल्स ते लैटिस स्टील टावर्स, ये आप जोड़े यूज़ करते हैं मोस्टली। एक नंबर पर देखो आता है वुडन पोल्स। वुडन पोल्स दे विच कहंदा दीज आर मेड ऑफ सीजनड वुड, साल और चील एंड आर सूटेबल फॉर लाइनस ऑफ मॉडरेट क्रॉस सैक्शनल एरिया, मतलब जोड़ा वो पोल का क्रॉस सैक्शन एरिया जो मॉडरेट होना चाहिए एंड ऑफ रैलेटिवली शॉर्ट स्पैन, घट स्पैन यूज़ करते हैं, से अप टू 50 मीटर या थोड़ा होर वब 60 मीटर कह सकते हैं, जिस स्पैन लिए आप यूज़ करते हैं वुडन पोल्स। स्पैन होंगे 1 पोल टू नैक्सट पोल, जो डिस्टेंस लाइन के जो पोल्स लगे होंगे उन्होंने जो डिस्टेंस दैट इज़ कॉल्ड स्पैन। कहता 50 मीटर तक के स्पैन लिए आप यूज़ करते हैं, मतलब इस तो उपर फिर आप नैक्सट पोल जोड़े यूज़ करेंगे। सच स्पोर्ट्स आर चीप ईजीली अवेलेबल प्रोवाइड इंसुलेटिंग प्रॉपर्टीज़। ये कहता जो पोल्स ने सस्ते आ, मिल जाते आ जल्दी, जितों मर्जी तुम लकड़ खरीद सकते हैं, तो प्रोवाइड इंसुलेटिंग, और लकड़ अपने आप एक इंसुलेटिंग प्रॉपर्टी जी प्रोवाइड करती है। एंड देयर फिर आर वाइडली यूज फॉर डिस्ट्रीब्यूशन परपज इन रूरल एरियाज़ एज एन इकोनॉमिकल ऑफर। कहता रूरल एरिया आप यूज़ करते हैं क्योंकि इकोनॉमिकल ऑफर सानू उत्थे सस्ता पैंदा है, तो रूरल एरिया इन्नी इंपॉर्टेंस भी नहीं होंगी है, इस करके उत्थे आप ज़्यादा यूज़ करते हैं। कहता द वुडन पोल्स जनरली ट्रेंड टू रूट बिलो द ग्राउंड लैवल कॉजिंग फाउंडेशन फेलियर। कहता आप जो वुडन पोल्स जो लगाना होंगे तो वो जोड़ा थल्ला पासा जो आप ग्राउंड लैवल के लैके जाना है उन्होंने आप चंगी तरह पहले रूटिंग करते हैं वो, ताकि वो जी फाउंडेशन वो फेल ना हो। इन ऑर्डर टू प्रिवेंट दिस द पोर्शन ऑफ पोल बिलो द ग्राउंड लैवल इज़ इंप्रीगनेटेड विद प्रिजर्वेटिव कंपाउंड्स लाइक क्रोसोइट आयल। क्रोसोट आयल जोड़ा होंगे वो जोड़ा कि भी सिਉਂਕ नहीं लगन दिंदा, सिਉਂਕ तो बचाने लिए आप जिदा दसिया रूट जी बिलो ग्राउंड के पाने उन्होंने आप की करते हैं इंप्रीगनेट करते हैं। इंप्रीगनेट का मतलब होंगे उन्होंने लगाना, वो आले दुआले ऑयल लगाने आप जोड़ा कि एंटी सिਉਂਕ हो, सिਉਂਕ ना लगे। सब तो मेन गल होंगी है लकड़ गलनी नहीं चाहिए सिਉਂਕ के नाल, वो लिए आप पहले ही ये प्रिकॉशन लैने। उस तो बाद कहता कि डबल पोल स्ट्रक्चर ऑफ A और H टाइप आर ऑफन यूज्ड टू obtain a higher transverse strength and then could be economically provided by means of single poles। मतलब कहता कि ਜਿਹੜੇ पोल क्योंकि इन्हों की मकैनिकल स्ट्रेंथ बहुत घट होंगी है, इस करके आप पर्टिकुलर डिस्टेंस के जाके स्पैनस गैप दे के आप H पोल या A टाइप पोल जो नैक्सट तुम डायग्राम देखोगे H पोल या A टाइप पोल जो आप यूज़ करते हैं सिंगल पोल्स के मतलब ताकि वो जी स्ट्रेंथ है मकैनिकल। हुण देखो इत्थे डायग्राम के 2 टाइप के पोल, एक तो सिंगल पोल हो गया तो सिंगल पोल होंगे, तो एक पोल के उत्ते आप लगा के जिदा क्रॉस हम देखो इत्थे ये बनया H शेप तो A शेप 2 पोल्स बनाए हुए आ। ये देखो वो कंपोनेंट्स दिखाए हुए आ, इंसुलेटर्स है, क्रॉस आर्म जिदा मैं तुहानूं दस्सिया सी बाहर नूं इदां 2 या 3 या 4 जिन्ने भी मतलब अपने रिक्वायरमेंट के मुताबिक क्रॉस आर्म्स लगाने दैट स्टील
ਬ੍ਰੀਚਿੰਗ ਸਟੀਲ ਬ੍ਰੇਕਿੰਗ ਹੁੰਦੀ ਹੈ ਕਿ ਮਤਲਬ ਆਪਾਂ ਇਹਨੂੰ ਹੋਰ ਸਟਰੈਂਥ ਨੂੰ ਮੇਨਟੇਨ ਰੱਖਣ ਲਈ ਆਪਾਂ ਸਟੀਲ ਦਾ ਕ੍ਰਾਸ ਬਣਾ ਦਿੰਦੇ ਹਾਂ ਤਾਂ ਕਿ ਜਿਹੜਾ ਪੋਲ ਹੈ ਹਿੱਲੇ ਨਾ, ਇੱਧਰ ਉੱਧਰ ਨਾ ਹਿੱਲੇ। ਅਤੇ ਥੱਲੜੇ ਪਾਸੇ ਲਾਸਟ ਵਿੱਚ ਪੋਲਸ ਦੇਖੋ, ਪੋਲਸ ਸਟੀਲ ਬ੍ਰੇਸਿੰਗ ਤੋਂ ਬਾਅਦ ਕ੍ਰਾਸ ਆਰਮਸ ਤੋਂ ਬਾਅਦ ਇੰਸੂਲੇਟਰਸ। ਇਹ ਇਹਦੀ ਸਟਰਕਚਰ ਹੈਗੀ ਆ ਵੁਡਨ ਪੋਲ ਦੀ। ਡਿਸਐਡਵਾਂਟੇਜ ਆਫ ਵੁਡਨ ਪੋਲ ਕਹਿੰਦਾ ਕਿ ਟੈਂਡੈਂਸੀ ਟੂ ਰੂਟ ਬਿਲੋ ਦਾ ਗਰਾਊਂਡ ਲੈਵਲ ਕਰਦਾ, ਬਹੁਤ ਜਲਦੀ ਕਹਿੰਦਾ ਥੱਲਿਓਂ ਖਰਾਬ ਹੋ ਸਕਦੀ ਹੈ। ਕਹਿੰਦਾ ਇਹ ਜਿਹੜੀ ਆ ਪੋਲਸ ਨੇ ਕਿਉਂਕਿ ਮਿੱਟੀ ਦੇ ਵਿੱਚ ਆਪਾਂ ਲਗਾਏ ਹੁੰਦੇ, ਬੇਸ਼ੱਕ ਆਪਾਂ ਕੰਕਰੀਟ ਦੇ ਆਲੇ ਦੁਆਲੇ ਫਾਊਂਡੇਸ਼ਨ ਬਣਾ ਕੇ ਆਪਾਂ ਲਗਾਉਂਦੇ ਹਾਂ, ਪਰ ਫਿਰ ਵੀ ਕਹਿੰਦਾ ਇਹਦਾ ਜਿਹੜਾ ਰੂਟ ਖਤਮ ਹੋਣ ਦਾ ਖਤਰਾ ਰਹਿੰਦਾ ਆ। ਕੰਪੈਰੇਟਿਵਲੀ ਸਮਾਲਰ ਲਾਈਫ ਘੱਟ ਆ, 20-25 ਸਾਲ ਤੋਂ ਬਾਅਦ ਇਹ ਪੋਲ ਜਿਹੜਾ ਗਲ ਜਾਂਦਾ, ਖਤਮ ਹੋ ਜਾਂਦਾ। ਕੈਨ ਨਾਟ ਬੀ ਯੂਜ਼ ਵੋਲਟੇਜ ਹਾਇਰ ਦੈਨ 20 ਕਿਲੋ ਵੋਲਟ ਤੋਂ ਉੱਪਰ ਆਪਾਂ ਇਹਨੂੰ ਯੂਜ਼ ਨਹੀਂ ਕਰ ਸਕਦੇ। ਲੈਸ ਮਕੈਨੀਕਲ ਸਟਰੈਂਥ ਹੁੰਦੀ ਆ, ਰਿਕੁਆਇਰ ਪੀਰੀਓਡਿਕਲੀ ਜਿਹੜਾ ਇਹਨੂੰ ਇੰਸਪੈਕਸ਼ਨ ਚਾਹੀਦੀ ਆ ਵੀ ਸਾਡਾ ਪੋਲ ਜਿਹੜਾ ਖਰਾਬ ਤਾਂ ਨਹੀਂ ਹੋ ਰਿਹਾ, ਜਾਂ ਉਹਦੇ ਰੰਗ ਰੋਗਨ ਵਗੈਰਾ ਕਰਨ ਦੀ ਸਾਰੀ ਜਿਹੜੀ ਆ ਇੰਸਪੈਕਸ਼ਨ ਜਿਹੜੀ ਆ ਆਪਾਂ ਨੂੰ ਕਰਨੀ ਪੈਂਦੀ ਹੈਗੀ ਆ। ਇਸ ਕਰਕੇ ਇਹਦੀਆਂ ਡਿਸਐਡਵਾਂਟੇਜ ਆ ਔਰ ਆਪਾਂ ਬਹੁਤ ਰੇਅਰ ਇਹਨੂੰ ਯੂਜ਼ ਕਰਦੇ ਹੈਗੇ ਹਾਂ। ਨੈਕਸਟ ਹੈ ਦੇਖੋ ਸਟੀਲ ਪੋਲਸ। ਵੁਡਨ ਪੋਲਸ ਆਪਾਂ ਦੇਖੇ ਉਹਨਾਂ ਦੀਆਂ ਕੁਝ ਡਿਸਐਡਵਾਂਟੇਜ ਆ, ਉਹ ਜਿਹੜੇ ਡਿਸਐਡਵਾਂਟੇਜ ਕਰਕੇ ਆਪਾਂ ਉਹਨਾਂ ਦੀ ਜਗ੍ਹਾ 'ਤੇ ਸਟੀਲ ਪੋਲਸ ਜਿਹੜੇ ਆ ਉਹ ਆਪਾਂ ਯੂਜ਼ ਕਰ ਸਕਦੇ ਆ। ਕਹਿੰਦਾ ਦੈਟ ਸਟੀਲ ਪੋਲਸ ਆਰ ਆਫਨ ਯੂਜ਼ਡ ਐਜ਼ ਏ ਸਬਸਟੀਚਿਊਟ ਫॉर ਵੁਡਨ ਪੋਲਸ। ਮਤਲਬ ਵੁਡਨ ਪੋਲ ਦੀ ਸਬਸਟੀਚਿਊਟ ਜਿਹੜਾ ਉਹ ਕੀ ਆ, ਸਟੀਲ ਪੋਲਸ। ਮਤਲਬ ਜਿੱਥੇ ਵੁਡਨ ਪੋਲ ਨਹੀਂ ਲੱਗ ਸਕਦੇ ਜਾਂ ਆਪਾਂ ਨਹੀਂ ਲਾਉਣਾ ਚਾਹੁੰਦੇ ਤਾਂ ਆਪਾਂ ਸਟੀਲ ਪੋਲਸ ਦੇ ਨਾਲ ਕੰਮ ਚਲਾ ਲੈਂਦੇ ਆ। ਦੇ ਪੋਜੈਸਿਸ ਗ੍ਰੇਟਰ ਮਕੈਨੀਕਲ ਸਟਰੈਂਥ। ਹੁਣ ਸਟੀਲ ਵੁਡਨ ਪੋਲ ਦੀ ਮਕੈਨੀਕਲ ਸਟਰੈਂਥ ਘੱਟ ਸੀ, ਇਹਦੀ ਸਟਰੈਂਥ ਜ਼ਿਆਦਾ ਹੋ ਗਈ। ਲੌਂਗਰ ਲਾਈਫ, ਉਹਨਾਂ ਦੀ ਲਾਈਫ ਘੱਟ ਸੀ, ਇਹਨਾਂ ਦੀ ਲਾਈਫ ਜ਼ਿਆਦਾ ਹੋ ਗਈ। ਐਂਡ ਪਰਮਿਟ ਲੌਂਗਰ ਸਪੈਨ, ਮਤਲਬ ਮੇਨ ਜਿਹੜੀ ਗੱਲ ਹੁੰਦੀ ਹੈ ਸਪੈਨ, ਮਤਲਬ ਜਿੰਨਾ ਸਪੈਨ ਡਿਸਟੈਂਸ ਜ਼ਿਆਦਾ ਹੋਏਗਾ ਉਹਨੇ ਸਾਡੇ ਨੰਬਰ ਆਫ ਪੋਲਸ ਜਿਹੜੇ ਉਹ ਘੱਟ ਜਾਣਗੇ। ਹੁਣ ਕਹਿੰਦਾ ਇਹਦੇ ਵਿੱਚ ਜਿਹੜਾ ਹੈ ਲੌਂਗਰ ਸਪੈਨ ਜਿਹੜਾ ਆਪਾਂ ਮੇਨਟੇਨ ਕਰ ਸਕਦੇ ਹਾਂ ਸਟੀਲ ਪੋਲਸ ਦੇ। ਇਸ ਕਰਕੇ ਲੌਂਗਰ ਸਪੈਨ ਹੋਰ ਕਹਿ ਕੇ ਜਿੱਥੇ ਸਮਝ ਲਓ 10 ਪੋਲ ਵੁਡਨ ਪੋਲ ਲੱਗਣੇ ਆ, ਉੱਥੇ ਹੋ ਸਕਦਾ ਇਹ ਜਿਹੜੇ 7 ਪੋਲ ਲੱਗਣ, ਕਿਉਂਕਿ ਇਹਨਾਂ ਦਾ ਸਪੈਨ ਜਿਹੜਾ ਜ਼ਿਆਦਾ, ਮਤਲਬ 50 ਮੀਟਰਸ ਤੋਂ ਜ਼ਿਆਦਾ ਸਪੈਨ ਲਈ ਆਪਾਂ ਇਹ ਯੂਜ਼ ਕਰ ਸਕਦੇ ਹਾਂ। ਸੱਚ ਪੋਲਸ ਆਰ ਜਨਰਲੀ ਯੂਜ਼ ਫॉर ਡਿਸਟ੍ਰੀਬਿਊਸ਼ਨ ਪਰਪਜ਼ ਇਨ ਸਿਟੀਜ਼। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹਨਾਂ ਨੂੰ ਆਪਾਂ ਸਵਰਬਨ ਏਰੀਆ 'ਚ ਯੂਜ਼ ਕਰਦੇ ਹਾਂ ਵੁਡਨ ਪੋਲਸ ਨੂੰ, ਇਹ ਆਪਾਂ ਪੌਸ਼ ਏਰੀਆ ਸਿਟੀਜ਼ ਵਗੈਰਾ 'ਚ ਇਹਨਾਂ ਨੂੰ ਯੂਜ਼ ਕਰਦੇ ਹੈਗੇ ਆ। This type of sports needs to galvanized or painted in order to prolong its life। ਕਹਿੰਦਾ ਹੈ ਕਿ ਇਹਨਾਂ ਨੂੰ ਆਪਾਂ ਗੈਲਵੇਨਾਈਜ਼ ਮਤਲਬ ਕਲਰ ਕਰ ਦਿੰਦੇ ਆ ਜਾਂ ਪੇਂਟ ਕਰ ਦਿੰਦੇ ਇਹਨਾਂ ਨੂੰ ਤਾਂ ਕਿ ਇਹਨਾਂ ਦੀ ਲਾਈਫ ਜਿਹੜੀ ਆ ਉਹ ਵੱਧ ਸਕੇ। ਗੈਲਵੇਨਾਈਜ਼ ਸਟੀਲ ਜਾਂ ਪੇਂਟਡ ਪੋਲਸ ਜਿਹੜੇ ਆਪਾਂ ਯੂਜ਼ ਕਰਦੇ ਹੈਗੇ ਆ। ਕਹਿੰਦਾ ਦੀ ਸਟੀਲ ਪੋਲਸ ਆਰ 3 ਟਾਈਪਸ, 3 ਟਾਈਪ ਦੇ ਸਟੀਲ ਪੋਲਸ ਆਪਾਂ ਮੋਸਟਲੀ ਯੂਜ਼ ਕਰਦੇ ਆ। ਪਹਿਲੇ ਬੰਦੇ ਹੈ ਰੇਲ ਪੋਲਸ। ਇਹਦਾ ਇਮੇਜ ਮੂਹਰੇ ਬਣਿਆ ਦੇਖੋ ਰੇਲ ਪੋਲ ਦਾ, ਕਿ ਜਿੱਦਾਂ ਰੇਲਵੇ ਟਰੈਕ ਹੁੰਦਾ ਹੈ ਉਹਨੂੰ ਆਪਾਂ ਰੇਲ ਪੋਲ ਕਹਿੰਦੇ ਹੈਗੇ ਆ। ਰੇਲਵੇ ਟਰੈਕ ਵਾਲਾ ਗਾਡਰ ਜਿਹੜੇ ਆਪਾਂ ਯੂਜ਼ ਕਰ ਸਕਦੇ ਆ। ਟਿਊਬੂਲਰ ਪੋਲਸ, ਟਿਊਬਸ ਪਾਈਪਸ, ਮਤਲਬ ਜਿਹੜੇ 4-4 ਇੰਚੀ 5-5 ਇੰਚੀ ਅਕੋਰਡਿੰਗ ਟੂ ਰਿਕੁਆਇਰਮੈਂਟ ਆਪਾਂ ਨੂੰ ਉਹ ਆਪਾਂ ਯੂਜ਼ ਕਰ ਸਕਦੇ ਆ। ਰੋਲਡ ਸਟੀਲ ਜੁਆਇੰਟਸ, ਜਿੱਦਾਂ ਗਾਡਰ ਜਿਹਨੂੰ ਆਪਾਂ ਸਿੰਪਲ ਗਾਡਰ ਕਹਿੰਦੇ ਹਾਂ, ਦੇਖੋ ਸ਼ੇਪ ਬਣੀ ਹੋਈ ਆ, ਦੋਨੇ ਪਾਸੇ ਉੱਪਰ ਤੇ ਥੱਲੇ ਪਾਸੇ ਬਰਾਬਰ ਜਿਹੜੀ ਉਹਦੀ ਹੈਗੀ ਆ ਵਿਡਥ ਹੈਗੀ ਆ ਤੇ ਹਾਈਟ ਜਿਹੜੀ ਆ। ਦੇਖੋ ਰੇਲ ਪੋਲ ਤੇ ਰੋਲਡ ਸਟੀਲ ਜੁਆਇੰਟਸ ਦੋਨਾਂ ਦਾ ਡਿਫਰੈਂਸ ਕੀ ਆ। ਦੇਖੋ ਰੇਲ ਪੋਲ ਇੱਕ ਸਾਈਡ ਤੋਂ ਚੌੜਾ ਤੇ ਉੱਪਰ ਮੋਟਾ ਹੈ, ਇਹ ਸ਼ੇਪ ਜਿਹੜੀ ਆ ਐਚ ਸ਼ੇਪ ਜਿਹੜੀ ਹੈ ਬਣੀ ਹੋਈ ਆ। ਇਸ ਤਰ੍ਹਾਂ ਇਹ ਜਿਹੜੇ 3 ਪੋਲਸ ਜਿਹੜੇ ਆਪਾਂ ਸਟੀਲ ਪੋਲਸ ਯੂਜ਼ ਕਰ ਸਕਦੇ ਹੈਗੇ। ਹੁਣ ਹੈ RCC ਪੋਲਸ। RCC ਪੋਲਸ ਕਹਿੰਦੇ ਆ, ਦਾ ਕਹਿੰਦਾ ਰੇਨਫੋਰਸਡ ਕੰਕਰੀਟ ਪੋਲਸ ਆਰ ਰੇਨਫੋਰਸਡ ਸੀ ਕੰਕਰੀਟ P pole. Reinforced concrete poles have become very popular as line sports in recent year। ਕਹਿੰਦਾ ਅੱਜ ਕੱਲ੍ਹ ਦੇ ਸਾਲਾਂ ਦੇ ਵਿੱਚ, ਅੱਜ ਕੱਲ੍ਹ ਜੋ ਸਮਾਂ ਚੱਲਿਆ, ਅੱਜ ਕੱਲ੍ਹ ਜਿਹੜਾ ਮਾਹੌਲ ਹੈ ਜਾਂ ਸਟੀਲ ਦੇ ਨਾਲੋਂ ਆਪਾਂ RCC ਪੋਲ ਜਿਹੜੇ ਆ ਉਹ ਜ਼ਿਆਦਾ ਯੂਜ਼ ਕਰਦੇ ਹੈਗੇ ਆ। They have greater mechanical strength, longer life, permit longer spans than steel. Moreover, they give good look, require little maintenance ਐਂਡ ਹੈਵ ਗੁੱਡ ਇੰਸੂਲੇਟਿੰਗ ਪ੍ਰੋਪਰਟੀ। ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਾਨੂੰ ਦੂਜੇ ਪਾਸੇ ਦੇਖੋ ਸਟੀਲ ਪੋਲ ਆ ਉਹਦੇ ਵਿੱਚ ਤਾਂ ਇੰਸੂਲੇਟਿੰਗ ਪ੍ਰੋਪਰਟੀ ਬਿਲਕੁਲ ਨਹੀਂ, ਕਿਉਂਕਿ ਲੋਹਾ ਆ, ਅਗਰ ਕੋਈ ਤਾਰ ਨਾਲ ਸ਼ਾਰਟ ਹੋ ਗਈ ਤਾਂ ਟੋਟਲੀ ਉਹ ਜਿਹੜਾ ਕੰਡਕਟਿੰਗ ਮਟੀਰੀਅਲ ਜਿਹੜਾ ਆ ਉਹਦੇ ਥਰੂ ਸਾਨੂੰ ਕਰੰਟ ਪੈ ਸਕਦਾ। RCC ਪੋਲ ਦੇ ਵਿੱਚ ਕਹਿੰਦਾ ਇਹ ਗੁੱਡ ਇੰਸੂਲੇਟਿੰਗ ਪ੍ਰੋਪਰਟੀ ਪ੍ਰੋਵਾਈਡ ਕਰਦਾ ਹੈਗਾ। ਸਟਰੈਂਥ ਵਧੀਆ ਹੈਗੀ ਆ, ਦੇਖਣ ਨੂੰ ਅੱਛੇ ਲੱਗਦੇ ਹੈਗੇ RCC ਪੋਲ ਜਿਹੜੇ ਆ, ਇਸ ਕਰਕੇ ਆਪਾਂ ਅੱਜ ਕੱਲ੍ਹ ਇਹ ਜ਼ਿਆਦਾ ਯੂਜ਼ ਕਰਦੇ ਹਾਂ। ਫਿਗਰ ਔਨ ਨੈਕਸਟ ਸ਼ੋਜ਼ RCC ਪੋਲਸ ਫॉर ਸਿੰਗਲ ਐਂਡ ਡਬਲ ਸਰਕਟ। ਅਗਲੀ ਫਿਗਰ ਆਪਾਂ ਤੁਹਾਨੂੰ ਦਿਖਾਉਂਦੇ ਆ, ਉਹਦੇ ਵਿੱਚ RCC ਪੋਲ ਜਿਹੜੇ ਸਿੰਗਲ ਸਰਕਟ ਲਈ ਅਤੇ ਡਬਲ ਸਰਕਟ ਲਈ ਆਪਾਂ ਯੂਜ਼ ਕਰ ਸਕਦੇ ਹਾਂ ਜਿਹੜੇ ਬਣਾਏ ਹੋਏ ਦਾ। ਕਹਿੰਦਾ ਦਾ ਹੋਲਸ ਇਨ ਦਾ ਪੋਲ ਫੈਸਿਲਿਟੇਟ ਦਾ ਕਲਾਈਮਿੰਗ ਆਫ ਪੋਲਸ ਐਂਡ ਐਟ ਸਮ ਟਾਈਮ ਰਿਡਿਊਸਿਸ ਦਾ ਵੇਟ ਆਫ ਲਾਈਨ ਸਪੋਰਟਸ। ਮਤਲਬ ਆਪਾਂ ਅੱਗੇ ਸਟਰਕਚਰ 'ਚ ਦੇਖਦੇ ਹਾਂ ਵੀ ਪੋਲ ਦੇ ਵਿੱਚ ਜਿਹੜੇ ਆ ਕੁਛ ਥੋੜ੍ਹੇ
डिस्टेंस उत्ते होल्स कीते हुंदे आ। कहंदा एक तां जिहड़ा है वो क्लाइंबिंग वास्ते सानू 100 करदे उपर चढ़न लई, ते दूजा कहंदा आपां की करदे हैगे आ भी इहदा थोड़ा जिहा वेट भी घट जांदा। देखो जे 10 होल पावांगे, एक होल 50 ग्राम अद्धा किलो का भी विचों मटीरियल कढ़िया तो 5 किलो जिहड़ा वो तुहाडे पोल का भार जिहड़ा घट गया। इसका मतलब पोल के भार घटाउण लई भी आपां होल कर दिंदे आ। कहंदा द मेन डिफिकल्टी विद द यूज ऑफ दीज पोल्स इज़ द हाई कॉस्ट ऑफ ट्रांसपोर्ट ओइंग टू देयर हैवी वेट, क्योंकि स्टील आ सॉरी RCC आ, सीमेंट बजरी रेता बहुत हैवी पोल बन जाते हैं। कहता इस करके इन्होंने ट्रांसपोर्ट करना एक जगह तो दूजी करना बहुत कॉस्टली होंगे। यही इन्हों की एक मुश्किल वाला जां इहदी डिसएडवांटेज हैगी आ। देयरफॉर सच पोल्स आर ऑफन मैनुफैक्चर्ड एट द साइड इन ऑर्डर टू अवॉइड हैवी कॉस्ट ऑफ ट्रांसपोर्टेशन। हुण मतलब नवीं कलोनी बनती है, उत्थे आपां नूं 1000 पोल लगना है जां 2000 पोल लगना, तो साडी कोशिश होंदी है कि जिहड़े ये ट्रांसपोर्ट नालों ये पोल जिहड़े उस जगह ते ही बना ले जाण ताकि साडा ट्रांसपोर्ट का खर्चा जिहड़ा वो बच जाए। हुण देखो जिहड़ा इमेज बनया होया, कहंदा इमेज ऑफ RCC पोल, दो पोल्स जिहड़े बनाए हुए आ। इहदे विच एक है सिंगल सर्किट, दूजा है डबल सर्किट। सिंगल सर्किट दे विच देखो 3 क्रॉस आर्म्स लगियां होईयां ते डबल सर्किट दे विच 3 क्रॉस आर्म्स लगियां होईयां बट 6 इंसुलेटर के। पहले विच 3 क्रॉस आर्म्स 3 इंसुलेटर, दूजे विच 3 क्रॉस आर्म्स ते 6 इंसुलेटर, मतलब इनकमिंग आउटगोइंग जां इनकमिंग्स दोनों जां दोनों आउटगोइंग्स, मतलब डबल सर्किट जिहड़ा है पोल दे स्ट्रक्चर दिखाया होया। ਇਹਦੇ ਥੱਲੇ ਪਾਸੇ ਦੇਖੋ ਹੋਲਸ ਦਿਖਾਏ ਹੋਏ ਆ। ਜਿੱਦਾਂ ਹੋਲਸ ਲਿਆ ਤੁਹਾਨੂੰ ਜਿੱਦਾਂ ਦੱਸਿਆ ਕਿ ਇਹਨਾਂ ਨੂੰ ਲੈ ਕੇ ਜਾਣਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਪਲੱਸ ਇਹਦਾ ਭਾਰ ਘਟਾਉਣ ਲਈ ਆਪਾਂ ਵਿੱਚੋਂ ਦੀ ਆਰ ਪਾਰ ਹੋਲ ਬਣਾ ਦਿੰਦੇ ਹੈਗੇ ਤੇ ਡਾਈਮੈਂਸ਼ਨਸ ਵਗੈਰਾ ਦਿੱਤੀਆਂ ਕਿੰਨੀ ਹਾਈਟ ਤੱਕ ਦਾ ਆਪਾਂ ਬਣਾ ਸਕਦੇ ਹਾਂ। ਇੱਕ ਹੈ 7.5 ਮੀਟਰ, ਦੂਜਾ ਹੈ 10 ਮੀਟਰ। ਠੀਕ ਹੈ ਜੀ। ਇਹਦੇ ਵਿੱਚ ਹੁਣ ਉੱਪਰੋਂ ਟੌਪ ਤੋਂ ਇਹਦਾ ਵਿਊ ਨਹੀਂ ਦਿਖਾਇਆ ਹੋਇਆ। ਇਹਦੇ ਵਿੱਚ ਕਈ ਪੋਲਸ ਹੁੰਦੇ ਆ ਸਕੇਅਰ ਬੇਸ ਸਕੇਅਰ ਟੌਪ, ਕਈ ਹੁੰਦੇ ਆ ਸਕੇਅਰ ਬੇਸ ਰੈਕਟੈਂਗੂਲਰ ਟੌਪ। ਮਤਲਬ ਕਈਆਂ ਦੇ ਵਿੱਚ ਜਿਹੜਾ मतलब हाइट जी सॉरी वैथ जी थ्रू आउट द पोल सेम रही है, तो कई जोड़े पोल्स आप बनाने वो की होंगे स्केयर बेस का मतलब कि थले वैथ तो लेंथ जो बेस की है सेम रही है, लेकिन उपर जाके वैथ छोटी हो जाती है तो लेंथ जी सेम रही है। इस तरह की अकॉर्डिंग टू रिक्वायरमेंट जिदा का तुहानूं उत्थे दा रिक्वायरमेंट चाहिए आ, कितनी वोल्टेज भी आप लाना है उन्ने दे लई आपां जिहड़े RCC पोल्स जिहड़े है डिज़ाइन कर सकते हैं, क्योंकि आप डिज़ाइन मैनुफैक्चरिंग आप करनी है। इस करके अपने रिक्वायरमेंट मुताबिक तुसीं जिहड़ी है मैनुफैक्चरिंग इहदी कर सकते हैं। नंबर 4 ते है स्टील टावर्स। हुण तक आप जिहड़े टावर्स पढ़े आ जां जिहड़ी स्पोर्ट्स पढ़ियां हैगियां वो सीगियां वुडन स्टील पोल्स ते RCC पोल्स। हुण कहंदा आपां नैक्सट पढ़ना हैगा स्टील टावर्स। एक ही आ कहंदा इन प्रैक्टिस वुडन स्टील एंड रीइनफोर्स्ड कंक्रीट पोल्स are used for distribution purposes at low voltages say up to 11 kV, मतलब 11 kV तक आप जो पोल्स यूज़ करते हैं वो हो गया वुडन स्टील ते RCC पोल्स। बट इस तो जो आप उपर वोल्टेज से जाने फॉर लॉन्ग डिस्टेंस लंबे डिस्टेंस से आप स्पैन डिस्टेंस जो बहुत ज़्यादा अपने हिसाब नाल मेनटेन कर सकते हैं, क्योंकि ये जी फैब्रिकेशन आ स्टील टावर्स की आप करनी है अपने स्पैन के मुताबिक। आप टावर में जिन्ना मर्जी मोटा पतला वड्डा उच्चा जिदा मर्जी आप डिज़ाइन कर सकते हैं। इस करके कहता होयर फॉर लॉन्ग डिस्टेंस ट्रांसमिशन एट हाई वोल्टेज स्टील टावर्स आर इनवेरिएबली इंप्लॉयड, मतलब मोस्टली आप स्टील टावर्स ही यूज़ करते हैं जो आप 11 kV तो उपरली वोल्टेज से चल जाते हैं। कहता स्टील टावर्स हैव ग्रेटर मैकेनिकल स्ट्रेंथ लॉन्गर लाइफ कैन विस्टैंड मोस्ट इंटेंस क्लाइमेट कंडीशन, मतलब किसी भी क्लाइमेट कंडीशन लई इन्हों आप यूज़ कर सकते हैं। इन्हों की लाइफ बहुत ज़्यादा होंगी आ अगर आप इन्हों मेनटेन करके रखिए, मतलब मीन्स पेंट वगैरह या इन्हों की साफ सफाई वगैरह रखिए, तो इन्हों की मकैनिकल स्ट्रेंथ बाकी सारे पोल्स नालों सारी स्पोर्ट्स नालों सब तो ज़्यादा होंगी हैगी। एंड परमिट द यूज़ ऑफ लॉन्गर स्पैनस का मतलब जिदा सपोज करो आप कोई लाइन लैके जानी है ट्रांसमिशन या डिस्ट्रीब्यूशन लाइन लैके जाने या ट्रांसमिशन मोस्टली लैके जाने, तो वो आप रस्ते में मान लो कोई दरिया आ गया बड़ा बहुत ज़्यादा गैप बहुत ज़्यादा आ, आप सेंटर कोई सपोर्ट नहीं लगा सकते, तो आप करते हैं फिर दोनों कॉर्नरस जोड़े होंगे दरिया वगैरह या बहुत गैप डिस्टेंस पुल वगैरह जिथे आ, तो आप करते हैं एक कॉर्नर तो एक दूसरे कॉर्नर पर टावर्स लगा देने बड़े। आप वो डिज़ाइनिंग करके कितना स्पैन बनाना है वो हिसाब नाल आप टावर बना सकते हैं, तो वो पूरे का पूरा स्पैन जोड़ा वो दरिया का या गैप है जोड़ा वो कवर करूँगा, स्पैन कवर कर सकता है। इस तरह आप अपने हिसाब नाल इन्हों की डिज़ाइनिंग कर सकते हैं। कहता द रिस्क ऑफ इंटरप्टेड सर्विसेज ड्यू टू ब्रोकन और पंक्चर्ड इंसुलेशन
इज़ कंसिडरेबली रिड्यूस्ड ओइंग टू लॉन्ग स्पैनस। हुण स्पैनस बहुत ज़्यादा लंबे लंबे हैगे आ, ਤਾਂ ਆਪਾਂ ਇਹ ਆ ਕਿ ਜੇ ਸਪੈਨ ਛੋਟਾ ਹੋਵੇ ਆਪਾਂ ਜਿੱਥੇ ਪੋਲ ਆਉਣਾ ਉੱਥੇ ਫਿਰ ਇੰਸੂਲੇਟਰ ਲਗਾਉਣੇ ਪੈਣੇ ਆ। ਹੁਣ ਕਿਉਂਕਿ ਸਪੈਨ ਬਹੁਤ ਲੰਬਾ ਹੈ ਅਤੇ ਇੰਸੂਲੇਸ਼ਨ ਵੀ ਘੱਟ ਜਾਂਦੇ, ਇੰਸੂਲੇਟਰਸ ਵੀ ਘੱਟ ਜਾਂਦੇ, ਉਹਦੇ ਕਰਕੇ ਜਿਹੜੀ ਹੈ ਜੀ ਪਾਵਰ ਸਪਲਾਈ ਦੀ ਟੁੱਟਣ ਦਾ ਖਤਰਾ ਜਿਹੜਾ ਬਹੁਤ ਘੱਟ ਜਾਂਦਾ ਹੈਗਾ। ਇਸ ਕਰਕੇ ਕਹਿੰਦੇ ਇਹਦੇ ਵਿੱਚ ਜ਼ਿਆਦਾਤਰ ਪਾਵਰ ਸਪਲਾਈ ਜਿਹੜੀ ਆ ਉਹ ਇੰਟਰਪਟ ਨਹੀਂ ਹੁੰਦੀ ਹੈਗੀ। ਟਾਵਰ ਫੁਟਿੰਗਸ ਆਰ ਯੂਜ਼ਲੀ ਗਰਾਊਂਡਡ ਬਾਏ ਡਰਾਈਵਿੰਗ ਰੋਡਸ ਇਨਟੂ ਦ ਅਰਥ। ਹੁਣ ਮਤਲਬ ਅਗਲੇ ਡਾਇਗਰਾਮ ਤੁਹਾਨੂੰ ਦਿਖਾਉਣਾ। ਟਾਵਰਸ ਵੈਸੇ ਤੁਸੀਂ ਦੇਖੇ ਹੋਏ ਆ ਆਮ ਸੜਕਾਂ 'ਤੇ ਰੋਡਸ 'ਤੇ ਜਾਂਦੇ ਆ, ਦੇਖੋ ਵੱਡੇ ਵੱਡੇ ਟਾਵਰ ਜਿਹੜੇ ਲੱਗੇ ਆ। ਕਹਿੰਦਾ ਇਹਨਾਂ ਨੂੰ ਫਿਕਸਿੰਗ ਕਰਨ ਲਈ ਕੀ ਕਰਦੇ ਆ, ਇਹ ਜਿਹੜੇ ਰੋਡਸ ਦਾ ਬਣਿਆ ਹੁੰਦਾ ਇਹ ਟਾਵਰ, ਉਸੇ ਰੋਡਸ ਨੂੰ ਆਪਾਂ ਥੱਲੇ ਗਰਾਊਂਡ ਦੇ ਵਿੱਚ ਜਿਹੜਾ ਉਹਨੂੰ ਫਿਕਸ ਕਰਦੇ ਆ। ਹੁਣ ਉਹਦੇ ਨਾਲ ਫਾਇਦਾ ਕੀ ਹੁੰਦਾ, ਦਿਸ ਮਿਨੀਮਾਈਜ਼ ਦਾ ਲਾਈਟਨਿੰਗ ਟਰੈਵਲ ਐਜ਼ ਈਚ ਟਾਵਰ ਐਕਟਸ ਐਜ਼ ਲਾਈਟਨਿੰਗ ਅਰੈਸਟਰ, ਲਾਈਟਨਿੰਗ ਕੰਡਕਟਰ। ਮਤਲਬ ਕਹਿੰਦਾ ਕਿਉਂਕਿ ਆਪਾਂ ਉਹਦਾ ਕਾਫੀ ਜ਼ਿਆਦਾ ਪੋਰਸ਼ਨ ਥੱਲੇ ਜ਼ਮੀਨ ਦੇ ਵਿੱਚ ਆਪਾਂ ਲਗਾਇਆ ਹੋਇਆ ਹੈਗਾ ਫਿਕਸਿੰਗ ਵਾਸਤੇ। ਇਸ ਕਰਕੇ ਕਹਿੰਦਾ ਉਹ ਸਾਡਾ ਜਦੋਂ ਲਾਈਟਨਿੰਗ ਮਤਲਬ ਸਿਸਟਮ ਆਪਣਾ ਜੋ ਅਸਮਾਨੀ ਬਿਜਲੀ ਪੈਂਦੀ ਆ, ਅਤੇ ਇਹ ਟਾਵਰ ਸਾਨੂੰ ਲਾਈਟਨਿੰਗ ਕੰਡਕਟਰ ਦਾ ਵੀ ਇਹੀ ਕੰਮ ਕਰਦੇ ਆ, ਕਿਉਂਕਿ ਆਪਾਂ ਇਹਨਾਂ ਦਾ ਕਾਫੀ ਪੋਰਸ਼ਨ ਜਿਹੜਾ ਜ਼ਮੀਨ ਦੇ ਵਿੱਚ ਕਾਫੀ ਡੂੰਘਾ ਗੱਡਿਆਂ ਦਾ, ਕਿਉਂਕਿ ਟਾਵਰ ਬਹੁਤ ਵੱਡੇ ਆ, ਉਹਨਾਂ ਫਿਕਸ ਕਰਨਾ ਇੰਨਾ ਐਡਾ ਵੱਡਾ ਇਨਫਰਾਸਟਰਕਚਰ ਉਹਨੂੰ ਫਿਕਸ ਕਰਨ ਲਈ ਸਾਨੂੰ ਉਹਨੂੰ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਡੂੰਘਾ ਲੈ ਕੇ ਜਾਣਾ ਪੈਂਦਾ। ਇਸ ਕਰਕੇ ਉਹ ਐਜ਼ ਏ ਲਾਈਟਿੰਗ ਕੰਡਕਟਰ ਵੀ ਇਹ ਟਾਵਰਸ ਜਿਹੜੇ ਆ ਇਹ ਕੰਮ ਕਰਦੇ ਹੈਗੇ ਆ। ਹੁਣ ਦੇਖੋ ਡਾਇਗਰਾਮ ਦੇ ਵਿੱਚ ਇਹ ਦਿਸ ਇਜ਼ ਕਾਲਡ ਲੈਟਿਸ ਸਟੀਲ ਟਾਵਰ। ਲੈਟਿਸ ਮੀਨ ਹੁੰਦਾ ਜਾਲੀ ਦਾ ਸਟੀਲ ਟਾਵਰਸ ਬਣੇ ਹੋਏ। ਦੇਖੋ ਇਹਨਾਂ ਦੇ ਡਿਜ਼ਾਈਨ ਦੇ ਵਿੱਚ ਤਾਂ ਇੱਦਾਂ ਲੱਗੂ ਜਿੱਦਾਂ ਕ੍ਰੋਸ ਮਾਰ ਕੇ ਆਪਾਂ ਜਾਲੀਆਂ ਬਣਾਈਆਂ ਹੋਈਆਂ। ਇੱਕ ਜਿਹੜਾ ਤੁਹਾਡੇ ਲੈਫਟ ਸਾਈਡ 'ਤੇ ਹੈਗਾ ਟਾਵਰ ਹੈਗਾ, ਇਹਨੂੰ ਆਪਾਂ ਸਿੰਗਲ ਸਰਕਟ ਟਾਵਰ ਕਹਿੰਦੇ ਹਾਂ। ਕਹਿੰਦੇ 11 kV ਸਪੈਨ 320 ਮੀਟਰ ਸਪੈਨ ਵਾਸਤੇ ਇਹ 11 kV ਦਾ ਇੱਕ ਟਾਵਰ ਡਿਜ਼ਾਈਨ ਕੀਤਾ। ਦੇਖੋ ਇਹਦੀ ਸਾਰੀ ਡਾਇਮੈਂਸ਼ਨਸ ਦਿੱਤੀਆਂ ਹੋਈਆਂ, 12.5 ਮੀਟਰ ਅਤੇ ਪਹਿਲਾ ਉਹਦਾ ਕ੍ਰੋਸ ਆਰਮ ਲੱਗੀ ਹੋਈ ਆ। ਉਸ ਤੋਂ ਬਾਅਦ ਉਹਦੀ ਦੂਜੀ ਕ੍ਰੋਸ ਆਰਮ ਜਿਹੜੀ ਉਸੇ ਸਾਈਡ ਦੇ ਉੱਤੇ ਲੱਗੀ ਹੋਈ ਆ 3.55 ਮੀਟਰਸ ਦੇ। ਮਤਲਬ ਪਹਿਲਾ ਡਿਸਟੈਂਸ ਜੇ ਗਰਾਊਂਡ ਡਿਸਟੈਂਸ ਦੇਖਿਆ ਜਾਵੇ ਤਾਂ ਬਣ ਜਾਂਦਾ 15.85। ਹੁਣ ਇਸ ਤੋਂ ਉੱਪਰ ਫਰਦਰ ਜਿਹੜਾ ਆ ਦੇਖੋ ਉਹ ਹੈ 4.5 ਮੀਟਰ। ਟੋਟਲ ਉਹਦੀ ਹਾਈਟ ਜਿਹੜੀ ਆ 4.5 ਮੀਟਰ ਹੈ। ਟੌਪ ਤੋਂ ਅਗਰ ਕ੍ਰੋਸ ਆਰਮ ਟੂ ਕ੍ਰੋਸ ਆਰਮ ਦੇ ਅਗਰ ਦੇ ਡਿਸਟੈਂਸ ਦੇਖਿਆ ਜਾਵੇ ਉਹ ਹੈ 5.75 ਮੀਟਰ। ਹੁਣ ਦੇਖੋ ਐਡਾ ਵੱਡਾ ਟਾਵਰ ਹੈ, ਇਹਦੇ ਨਾਲ ਹੀ ਦੂਸਰਾ ਪਾਸੇ ਦੇਖੋ ਟਾਵਰ ਹੈ, ਉਹ ਹੈ 220 kV ਸਪੈਨ ਹੈਗਾ 320 ਮੀਟਰ। ਸਪੈਨ ਸੇਮ ਆ ਲੇਕਿਨ ਵੋਲਟੇਜ ਜਿਹੜੀ ਜ਼ਿਆਦਾ ਹੈ। ਲੇਕਿਨ ਇਹ ਹੈ ਡਬਲ ਸਰਕਟ। ਡਬਲ ਸਰਕਟ ਮੀਨਸ ਦੋ ਲਾਈਨਸ ਵਿੱਚ ਜਾਂਦੀਆਂ। ਆਪਾਂ ਇਹਨਾਂ ਦੋਨੇ ਲਾਈਨਸ ਨੂੰ ਇੱਕ ਕਮਿੰਗ ਇਨਕਮਿੰਗ ਅਤੇ ਆਊਟਗੋਇੰਗ ਬਣਾ ਸਕਦੇ ਹਾਂ ਦੂਜੀ ਨੂੰ, ਜਾਂ ਦੋਨਾਂ ਨੂੰ ਇਨਕਮਿੰਗ ਬਣਾ ਸਕਦੇ ਹਾਂ, ਜਾਂ ਦੋਨਾਂ ਨੂੰ ਆਊਟਗੋਇੰਗ ਬਣਾ ਸਕਦੇ ਹਾਂ। ਇਹ ਦੋ ਟਾਵਰਸ ਦੇ ਡਿਜ਼ਾਈਨ ਜਿਹੜੇ ਆ ਉਹ ਤੁਸੀਂ ਦੇਖੋ। ਐਂਡ ਦਿਸ ਇਜ਼ ਕਾਲਡ ਲੈਟਿਸ ਸਟੀਲ ਟਾਵਰ ਜਾਂ ਇਕੱਲੇ ਸਟੀਲ ਟਾਵਰ। ਜਿਸ ਤਰ੍ਹਾਂ ਦੇਖੋ ਕਹਿੰਦਾ ਫਿਗਰ ਨੰਬਰ 1 ਸ਼ੋਜ਼ ਅ ਸਿੰਗਲ ਸਰਕਟ ਟਾਵਰ। However, at a moderate additional cost, double circuit tower can be provided, ਜਿੱਦਾਂ ਕਿ ਫਿਗਰ ਐਜ਼ ਸ਼ੋਨ ਇਨ ਫਿਗਰ 2। ਮਤਲਬ ਫਿਗਰ ਨੰਬਰ 1 'ਚ ਜਿਹੜਾ ਆਪਾਂ ਦੇਖਿਆ ਸੀ ਉਹ ਸੀਗਾ ਸਿੰਗਲ ਸਰਕਟ, ਅਤੇ ਦੂਜਾ ਸੀਗਾ ਫਿਗਰ ਨੰਬਰ 2 ਵਾਲਾ ਸੀਗਾ ਡਬਲ ਸਰਕਟ। ਕਹਿੰਦਾ ਦਾ ਡਬਲ ਸਰਕਟ ਹੈਜ਼ ਐਡਵਾਂਟੇਜਸ ਦੈਟ ਇਟ ਇਨਸ਼ੋਰਸ ਕੰਟੀਨਿਊਟੀ ਆਫ ਸਪਲਾਈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਮਝਾਉਂਦਾ ਹਾਂ ਵੀ ਦੋ ਸਪਲਾਈਜ਼ ਜਾਂਦੀਆਂ ਹੈਗੀਆਂ। ਅਗਰ ਇੱਕ ਸਪਲਾਈ ਆਪਾਂ ਆਊਟਗੋਇੰਗ ਜਾਂ ਇਨਕਮਿੰਗ ਖਰਾਬ ਵੀ ਹੋ ਜਾਂਦੀ ਤਾਂ ਆਪਾਂ ਦੂਜੀ ਨੂੰ ਉਹਨੂੰ ਐਜ਼ ਏ ਰਿਜ਼ਰਵ ਜਿਹੜਾ ਆਪਾਂ ਯੂਜ਼ ਕਰ ਸਕਦੇ ਹੈਗੇ ਆ। ਇਨ ਕੇਸ ਦੇਅਰ ਇਜ਼ ਏ ਬਰੋਕਨ ਆਫ ਵਨ ਸਰਕਟ। ਕਹਿੰਦਾ ਅਗਰ ਕਿਸੇ ਇੱਕ ਸਰਕਟ ਦੇ ਵਿੱਚ ਕੋਈ ਸਰਕਟ ਬਰੋਕ ਹੋ ਜਾਂਦਾ ਤਾਂ ਕੰਟੀਨਿਊਸ ਸਪਲਾਈ ਕੈਨ ਵੀ ਮੇਨਟੇਨ ਬਾਈ ਦਾ ਅਦਰ ਸਰਕਟ। ਤਾਂ ਦੂਜੇ ਸਰਕਟ ਥਾੜੀ ਆਪਾਂ ਉਸ ਸਪਲਾਈ ਨੂੰ ਕੰਟੀਨਿਊ ਰੱਖ ਸਕਦੇ ਹਾਂ। ਇਸ ਤਰ੍ਹਾਂ ਇਹ ਜਿਹੜੇ ਹੁਣ ਤੱਕ ਆਪਾਂ ਪੜ੍ਹਿਆ ਹੈਗਾ ਇਹ ਸਪੋਰਟਸ ਮਤਲਬ ਕਿਹੜੀਆਂ ਆਪਾਂ ਸਪੋਰਟਸ ਜਿਹੜੀਆਂ ਕੰਡਕਟਰ ਨੂੰ ਫਿਕਸ ਕਰਨ ਲਈ ਆਪਾਂ ਯੂਜ਼ ਕਰਦੇ ਹੈਗੇ ਆ। ਵੁਡਨ ਸਟੀਲ ਪੋਲਸ, RCC ਪੋਲਸ ਅਤੇ ਲੈਟਿਸ ਸਟੀਲ ਟਾਵਰਸ। ਇਹ ਜਿਹੜੀਆਂ ਸਪੋਰਟਸ ਜਿਹੜੀਆਂ ਮਕੈਨੀਕਲ ਡਿਜ਼ਾਈਨ ਦੇ ਵਿੱਚ ਪਹਿਲਾ ਟੌਪਿਕ ਸੀਗਾ ਆਪਣਾ। ਨੈਕਸਟ ਆਪਾਂ ਅਗਲਾ ਟੌਪਿਕ ਪੜ੍ਹਾਂਗੇ ਜੋ ਵੀ ਹੋਊਗਾ। ਧੰਨਵਾਦ ਤੁਹਾਡਾ।